अर्जुन बादल का ड्राइवर है, ਕੰਮ ਉਹਦਾ ਪੀਏ ਹੈ। ਉਹਦੇ ਬ੍ਰਦਰ ਦਾ ਗੋਲੀ ਲੱਗਣ ਦੇ ਨਾਲ ਉੱਥੇ ਮਰਡਰ ਹੋਇਆ ਸੀਗਾ। ਬਹੁਤ ਵੱਡੇ ਹੋਲ ਪੁੱਟੇ ਹੋਏ ਸੀ, ਕੁਛ ਕੁ ਵੱਡੀ ਪੱਧਰ ਤੇ ਮਾਈਨਿੰਗ ਕਰਕੇ ਉੱਪਰ ਮਿੱਟੀ ਨਾਲ ਟੋਏ ਭਰ ਦਿੱਤੇ ਗਏ ਸੀਗੇ। ਪਹਿਲਾਂ ਰੇਡ ਕਿਉਂ ਨਹੀਂ ਹੁਣੀ, ਕਿਉਂ ਵੋਟਾਂ ਵੇਲੇ ਕਿਉਂ ਗੱਲ ਇਹ ਯਾਦ ਆਈ ਆ? ਜਿਵੇਂ ਕਿ ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਭੱਜੇ ਫਿਰਦੇ ਆ, ਇਹਨਾਂ ਨੇ ਸਟਾਰਟ ਕੀਤੀ ਜਿਹੜੀ ਇਲੀਗਲ ਮਾਈਨਿੰਗ ਹੈ। ਕੇਜਰੀਵਾਲ ਜੀ ਆਉਂਦੇ ਆ, ਬਿਜਲੀ ਦਾ ਵੀ ਕਹਿ ਕੇ ਜਾਂਦੇ 300 ਯੂਨਿਟ ਦਾ। ਤੁਹਾਨੂੰ ਲੱਗਦਾ ਨਹੀਂ ਵੀ ਵੋਟਾਂ ਵੇਲੇ ਇਹ ਚੀਜ਼ਾਂ ਕਿਉਂ ਹੁੰਦੀਆਂ ਗਈਆਂ? ਉਹਨਾਂ ਨੂੰ ਇਹ ਵੀ ਪੁੱਛ ਸਕਦੇ ਹੋ ਵੀ ਗੁਰਮੇਜ ਸਿੰਘ ਦਾ ਨਾਂ ਦਾ ਲੜਕੇ ਦਾ ਕਤਲ ਹੋਇਆ ਸੀ। ਉਹਨਾਂ ਨੂੰ ਇਹ ਵੀ ਪੁੱਛ ਸਕਦੇ ਹੋ ਕਿ ਉਹ ਇੱਥੇ ਪੈਸੇ ਦੀ ਅਗਰਾਈ ਕਰਨ ਆਇਆ ਸੀ। ਔਰ ਜਿਹੜੀ ਸਭ ਤੋਂ ਵੱਡੀ ਸ਼ੰਕਾ ਦੀ ਗੱਲ ਹੈ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਆਏ ਦਿਨ ਵੱਡੀਆਂ ਤਸਵੀਰਾਂ ਸਾਹਮਣੇ ਦੇਖਣ ਨੂੰ ਆਉਂਦੀਆਂ ਹਰ ਇੱਕ ਟੀਵੀ ਚੈਨਲ ਦੇ ਉੱਤੇ। ਹੁਣ ਜਿਹੜੇ ਲੀਡਰਾਂ ਨੂੰ ਵੀ ਘੇਰਿਆ ਜਾ ਰਿਹਾ ਹੈਗਾ, ਪਰ ਦੂਜੇ ਪਾਸੇ ਕਈ ਲੀਡਰ ਵੱਖੋ ਵੱਖ ਥਾਵਾਂ 'ਤੇ, ਖਾਸ ਕਰਕੇ ਉਹ ਪਾਰਟੀਆਂ ਜਿਹੜੀਆਂ ਆਪੋਜੀਸ਼ਨ ਦੇ ਵਿੱਚ ਬੈਠੀਆਂ ਗਈਆਂ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਉਹ ਰੇਡਾਂ ਮਾਰ ਰਹੇ ਨੇ। ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਦੀਆਂ ਸਾਨੂੰ ਤਸਵੀਰਾਂ ਦੇਖਣ ਨੂੰ ਮਿਲੀਆਂ ਬਿਆਸ ਦਰਿਆ ਦੇ ਕੰਢੇ, ਜਿੱਥੇ ਅਵੈਧ ਮਾਈਨਿੰਗ ਚੱਲ ਰਹੀ ਆ। ਜੇ ਬਠਿੰਡੇ ਦੀ ਗੱਲ ਕਰਦੇ ਹਾਂ, ਸਰੂਪ ਚੰਦ ਸਿੰਗਲਾ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ। ਹੁਣ ਇੱਕ ਨਵੀਂ ਤਸਵੀਰ ਨਿਕਲ ਕੇ ਸਾਹਮਣੇ ਆਈ ਆ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੈਸਰਖਾਨਾ ਤੋਂ, ਜਿੱਥੇ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੇ ਰੇਡ ਮਾਰੀ। ਕੀ ਮਾਮਲਾ ਗਾ, ਕੀ ਸਾਰੀ ਗੱਲਬਾਤ ਹੋਈ ਆ, ਇਹਦੇ ਬਾਰੇ ਅਸੀਂ ਜਾਣਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਐਡਵੋਕੇਟ ਨਵਦੀਪ ਸਿੰਘ ਜੀਦਾ, ਜਿਹੜੇ 2 ਵਾਰ ਪਹਿਲਾਂ ਪਾਰਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ। ਜੀਦਾ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜੀਦਾ ਸਾਹਿਬ, ਕੱਲ੍ਹ ਰੇਡ ਮਾਰੀ ਆ ਮੈਸਰਖਾਨੇ, ਕੀ ਆ ਮਾਮਲਾ ਪੂਰਾ? ਦੇਖੋ ਜੀ, ਜਿਹੜੀ ਮੈਸਰਖਾਨਾ ਵਿਖੇ ਇਲੀਗਲ ਮਾਈਨਿੰਗ ਹੋ ਰਹੀ ਸੀ ਬਹੁਤ ਵੱਡੀ ਲੈਵਲ ਤੇ ਜੀ, ਔਰ ਇਹ ਤਕਰੀਬਨ ਹੁਣ ਨਹੀਂ ਹੋ ਰਹੀ, ਪਿਛਲੇ 2-3 ਸਾਲ ਤੋਂ ਉੱਥੇ ਕੰਟੀਨਿਊ ਹੋ ਰਹੀ ਹੈ ਜੀ। ਤਾਂ ਜਦੋਂ ਇਹਨਾਂ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਹਰਵਿੰਦਰ ਲਾਡੀ ਜੀ ਨੇ ਇੱਕ ਪੱਤਰ ਨੰਬਰ ਇਸ਼ੂ ਕੀਤਾ, ਜਿਹੜਾ ਕਿ ਉਹਨਾਂ ਨੇ ਕੈਪਟਨ ਸਾਹਿਬ ਨੂੰ ਵੀ ਲਿਖਿਆ ਜੀ ਵੀ ਜਿਹੜੇ ਮਨਪ੍ਰੀਤ ਸਿੰਘ ਬਾਦਲ ਹੈ ਉਹ ਬਹੁਤ ਵੱਡੇ ਲੈਵਲ ਤੇ ਜਿਹੜੀ ਇਲੀਗਲ ਮਾਈਨਿੰਗ ਕਰ ਰਹੇ ਆ। ਉਹਦੇ ਵਿੱਚੋਂ ਇੱਕ ਖੱਡ ਜਿਹੜੀ ਮੈਸਰਖਾਨਾ ਵਿਖੇ ਬਹੁਤ ਵੱਡੀ ਤੋਂ ਵੱਡੀ ਖੱਡ ਆ ਉੱਥੇ ਜੀ। ਤਾਂ ਮੈਂ ਵੀ ਆਪਦੇ ਸੋਰਸਸ ਤੋਂ ਪਤਾ ਕੀਤਾ ਸਾ, ਮੈਨੂੰ ਪਹਿਲਾਂ ਨੌਲੇਜ ਸੀਗੀ ਇਸ ਗੱਲ ਦੀ। ਤਾਂ ਅਸੀਂ ਉੱਥੇ ਮੌਕਾ 'ਤੇ ਪਹੁੰਚੇ, ਕਿਉਂਕਿ ਅਸੀਂ ਬਤੌਰ ਆਪੋਜੀਸ਼ਨ ਸਾਡਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਦੱਸੀਏ ਕਿ ਜਿਹੜਾ ਅਸੀਂ ਬਠਿੰਡਾ ਦੇ ਵਿੱਚ ਨੇਤਾ ਚੁਣਿਆ ਹੈ, ਜਾਂ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਜੀ ਬਾਦਲ, ਜਾਂ ਉਹਨਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੀ ਜੌਹਲ, ਜਾਂ ਉਹਨਾਂ ਦਾ ਲੜਕਾ ਅਰਜੁਨ ਬਾਦਲ ਕੀ ਕੁਛ ਕਰ ਰਿਹਾ ਸਾਡੇ ਸ਼ਹਿਰ ਦੇ ਵਾਸਤੇ। ਸੋ ਅਸੀਂ ਮੌਕਾ 'ਤੇ ਗਏ ਤਾਂ ਉੱਥੇ ਜਾ ਕੇ ਦੇਖਿਆ ਕਿ ਬਹੁਤ ਵੱਡੀ ਪੱਧਰ 'ਤੇ ਜਿਹੜੀ ਮਾਈਨਿੰਗ ਉੱਥੇ ਜਿਹੜੀ ਬਰੇਤੀ ਕੱਢੀ ਹੋਈ ਸੀ, ਬਹੁਤ ਵੱਡੇ ਹੋਲ ਪੁੱਟੇ ਹੋਏ ਸੀ, ਕੁਛ ਕੁ ਵੱਡੀ ਪੱਧਰ 'ਤੇ ਮਾਈਨਿੰਗ ਕਰਕੇ ਉੱਪਰ ਮਿੱਟੀ ਨਾਲ ਟੋਏ ਭਰ ਦਿੱਤੇ ਗਏ ਸੀਗੇ। ਤਾਂ ਮੌਕਾ 'ਤੇ ਬਿਲਕੁਲ ਉੱਥੇ ਜਿਹੜੀ ਰਾਤ ਨੂੰ ਮਾਈਨਿੰਗ ਜ਼ਿਆਦਾ ਕੀਤੀ ਜਾਂਦੀ ਹੈ। ਰਾਤ ਨੂੰ ਉੱਥੇ, ਕਿਉਂਕਿ ਜਦੋਂ ਅਸੀਂ ਗਏ ਤਾਂ ਜਿਹੜੀ ਬਰੇਤੀ ਸੀ ਆਸੇ-ਪਾਸੇ ਡੁੱਲੀ ਪਈ ਸੀ, ਔਰ ਟੋਆ ਜਿਹੜਾ ਬਹੁਤ ਵੱਡਾ ਟੋਆ ਪੁੱਟਿਆ ਹੋਇਆ ਸੀ, ਉਹਦੇ ਵਿੱਚ ਰੇਤਾ ਬਰੇਤੀ ਜਿਹੜੀ ਸੀਗੀ ਉਹ ਪਈ ਸੀ। ਉਹਦੇ ਵਿੱਚੋਂ ਜਿਹੜੀ JCB ਮਸ਼ੀਨ ਨਾਲ ਬਰੇਤੀ ਕੱਢ ਕੇ ਉਹ ਕੱਢੀ ਜਾ ਚੁੱਕੀ ਸੀ, ਅਤੇ ਉਹ ਜਿਹੜੀ ਹੈਗੀ ਹੈ ਰੇਤਾ ਜਿਹੜਾ ਉਹ ਬਰੇਤੀ ਹੈ, ਉਹਨਾਂ ਨੂੰ ਇੱਥੇ ਬਠਿੰਡਾ ਵਿਖੇ ਜਿਹੜੀਆਂ ਇੰਟਰਲੋਕ ਟਾਈਲਾਂ ਲੱਗਦੀਆਂ ਉਹਨਾਂ ਵਿੱਚ ਯੂਜ਼ ਕੀਤਾ ਜਾਂਦਾ ਹੈਗਾ। ਇਹ ਜਿਹੜੀ ਖੱਡ ਹੈ, ਪਹਿਲਾਂ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉੱਥੇ ਸਰਪੰਚ ਆ ਮੈਸਰਖਾਨਾ ਪਿੰਡ ਦੇ ਵਿੱਚ, ਉਹਨਾਂ ਨੇ ਬਹੁਤ ਟਾਈਮ ਚਲਾਇਆ। ਜਿਵੇਂ ਕਿ ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਭੱਜੇ ਫਿਰਦੇ ਆ, ਇਹਨਾਂ ਨੇ ਸਟਾਰਟ ਕੀਤੀ ਜਿਹੜੀ ਇਲੀਗਲ ਮਾਈਨਿੰਗ ਹੈ। ਉੱਥੋਂ ਉਸੇ ਖੱਡ ਨੂੰ ਮੁੜ ਕੇ ਜਦੋਂ ਇਹਨਾਂ ਦੀ ਸਰਕਾਰ ਆ ਗਈ, ਮਨਪ੍ਰੀਤ ਸਿੰਘ ਬਾਦਲ ਇੱਥੇ ਫਾਈਨੈਂਸ ਮਿਨਿਸਟਰ ਬਣ ਗਏ, ਤਾਂ ਇਹਨਾਂ ਨੇ ਉਹ 'ਤੇ ਕਬਜ਼ਾ ਕਰ ਲਿਆ। ਤਾਂ ਬਹੁਤ ਵੱਡੀ ਪੱਧਰ 'ਤੇ ਜਿਹੜੀ ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਹਦੇ ਨਾਲ ਸਾਡਾ ਖਜ਼ਾਨੇ ਨੂੰ ਬੜੀ ਵੱਡੀ ਢਾਹ ਲੱਗ ਰਹੀ ਹੈ। ਔਰ ਮਨਪ੍ਰੀਤ ਸਿੰਘ ਬਾਦਲ ਜਿਹੜਾ ਇੱਥੇ ਕਹਿੰਦੇ ਆ ਖਜ਼ਾਨਾ ਖਾਲੀ, ਤਾਂ ਉਹ ਖਜ਼ਾਨਾ ਖਾਲੀ ਹੋਣ ਦੇ ਕੀ ਕਾਰਨ ਹੈ? ਮੇਰਾ ਮਕਸਦ ਸੀ ਉੱਥੇ ਜਾਣ ਦਾ ਇਹੀ ਸੀਗਾ ਕਿ ਜਿਹੜਾ ਖਜ਼ਾਨਾ ਖਾਲੀ ਹੈ ਉਹ ਮਨਪ੍ਰੀਤ ਸਿੰਘ ਬਾਦਲ ਔਰ ਇਹਨਾਂ ਦੇ ਰਿਸ਼ਤੇਦਾਰ ਕਰ ਰਹੇ ਆ, ਤਾਂ ਕਰਕੇ ਇੰਨੀ ਜਿਹੜੀ ਵੱਡੀ ਪੱਧਰ 'ਤੇ ਮਾਈਨਿੰਗ, ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈਗੀ ਉੱਥੇ। ਜੀਦਾ ਸਾਹਿਬ, ਖੱਡ ਕਦੋਂ ਦੀ ਚੱਲ ਰਹੀ ਹੈ? ਖੱਡ ਜੀ ਦੇਖੋ, ਇਹ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਸੋਰਸਸ ਤੋਂ ਵੀ 2019 ਤੋਂ ਪੂਰੇ ਜੋਰਾਂ ਸ਼ੋਰਾਂ ਨਾਲ ਕੰਮ ਹੋ ਰਿਹਾ ਇੱਥੇ। ਤੁਸੀਂ ਕਹਿ ਰਹੇ ਹੋ 2019 ਤੋਂ ਹੋ ਰਿਹਾ ਹੈਗਾ। ਪਹਿਲਾਂ ਰੇਡ ਕਿਉਂ ਨਹੀਂ ਹੁਣੀ, ਕਿਉਂ ਵੋਟਾਂ ਵੇਲੇ ਕਿਉਂ ਗੱਲ ਇਹ ਯਾਦ ਆਈ ਆ? ਦੇਖੋ ਜੀ, ਪਹਿਲਾਂ ਜਿਹੜੀ ਸੀਗੀ ਇੱਥੇ ਜਦੋਂ ਮਾਈਨਿੰਗ ਸਟਾਰਟ ਹੋਈ ਆ, ਪਹਿਲਾਂ ਅਕਾਲੀ ਦਲ ਦੇ ਵੇਲੇ, ਉਦੋਂ ਉੱਥੇ ਕਰੌਲਾ ਪੈ ਗਿਆ ਸੀਗਾ ਕਾਫੀ ਵੱਡਾ। ਉਸ ਤੋਂ ਬਾਅਦ ਮਾਈਨਿੰਗ ਕਿਹੜਾ ਬੰਦ ਹੋ ਗਈ ਸੀਗੀ। ਉਸ ਤੋਂ ਬਾਅਦ ਦੁਬਾਰਾ ਮਾਈਨਿੰਗ ਫਿਰ ਸਟਾਰਟ ਕੀਤੀ ਗਈ। ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਤਾਂ ਉਹਦੇ ਉੱਪਰ ਫਿਰ ਕਬਜ਼ਾ ਕੀਤਾ ਮਨਪ੍ਰੀਤ ਸਿੰਘ ਬਾਦਲ ਨੇ। ਤਾਂ ਉੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ 2020 ਦੇ ਵਿੱਚ
ਮਹੀਨਾ ਮੈਂ ਐਗਜ਼ੈਕਟ ਤੁਹਾਨੂੰ ਦੱਸ ਨਹੀਂ ਸਕਦਾ, ਉੱਥੇ ਇੱਕ ਮਰਡਰ ਹੋਇਆ। ਜਿਹੜਾ ਲੜਕਾ ਅੱਜ ਕੱਲ੍ਹ ਅਰਜੁਨ ਬਾਦਲ ਦਾ ਡਰਾਈਵਰ ਹੈ, ਕੰਮ ਉਹਦਾ ਪੀਏ ਹੈ, ਉਹਦੇ ਬ੍ਰਦਰ ਦਾ ਗੋਲੀ ਲੱਗਣ ਦੇ ਨਾਲ ਉੱਥੇ ਮਰਡਰ ਹੋਇਆ ਸੀਗਾ। ਔਰ ਨਾ ਉਸ ਲੜਕੇ ਦਾ ਕੋਈ ਪੋਸਟਮਾਰਟਮ ਕਰਵਾਇਆ ਇਹਨਾਂ ਨੇ, ਨਾ ਉਸ ਗੱਲ ਨੂੰ ਬਾਹਰ ਲੈ ਕੇ ਆਉਣ ਦਿੱਤਾ, ਕਿਉਂਕਿ ਉਹ ਉੱਥੇ ਉਗਰਾਹੀ ਕਰਨ ਗਿਆ ਸੀਗਾ ਔਰ ਉਸ ਗੱਲ ਨੂੰ ਉੱਥੇ ਖੁਰਦ-ਬੁਰਦ ਕਰ ਦਿੱਤਾ। ਉੱਥੇ ਉਦੋਂ ਵੀ ਆਵਾਜ਼ ਉੱਠੀ ਸੀ ਲੋਕਾਂ ਦੀ। ਤਾਂ ਹੁਣ ਜਦੋਂ ਮੇਰਾ ਹੁਣ ਜਾਣ ਦਾ ਕਾਰਨ ਇਹ ਸੀਗਾ ਕਿ ਜਿਹੜੇ ਬਠਿੰਡਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਕਹਿੰਦਾ ਮੈਂ ਬਹੁਤ ਵੱਡੀ ਡਿਵੈਲਪਮੈਂਟ ਕਰ ਰਿਹਾ, ਮੈਂ ਡਿਵੈਲਪਮੈਂਟ ਦਿਖਾਉਣ ਗਿਆ ਸੀ ਕਿ ਜਿਹੜੀਆਂ ਬਠਿੰਡਾ 'ਚ ਟਾਈਲਾਂ ਲੱਗ ਰਹੀਆਂ ਹੈ, ਜਿਹੜੀਆਂ ਬਠਿੰਡਾ ਦੇ ਵਿੱਚ ਮਾੜੀਆਂ ਸੜਕਾਂ ਬਣ ਰਹੀਆਂ, ਜਿਹੜੀਆਂ ਬਠਿੰਡਾ ਦੇ ਵਿੱਚ ਚੰਗੀਆਂ ਸੜਕਾਂ ਪੁੱਟ ਕੇ ਉੱਥੇ ਟਾਈਲਾਂ ਲਗਾ ਰਹੇ ਹੈ, ਜਿਹੜੇ ਕਿਸੇ ਕੰਟਰੈਕਟਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਉੱਥੇ ਮਾੜੀਆਂ ਟਾਈਲਾਂ ਲੱਗ ਰਹੀਆਂ, ਉਹਨਾਂ ਦਾ ਮਟੀਰੀਅਲ ਕਿੱਥੋਂ ਆਉਂਦਾ ਉਹ ਵੀ ਇੱਥੋਂ ਜਿਹੜੀ ਮਾਈਨਿੰਗ ਕੀਤੀ ਜਾ ਰਹੀ ਹੈ ਮਾਈਸਰਖਾਨੇ ਤੋਂ। ਸੋ ਇਹ ਗੱਲਾਂ ਸਾਡੇ ਲੋਕਾਂ ਦੇ ਧਿਆਨ ਵਿੱਚ ਲਿਆਉਣੀਆਂ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਆਪੋਜੀਸ਼ਨ ਦੇ ਵਿੱਚ ਸਾਨੂੰ ਲੋਕਾਂ ਨੇ ਬਿਠਾਇਆ ਹੈ। ਅੱਗੇ ਤੋਂ ਵੀ ਜੇ ਕੋਈ ਗਲਤ ਕੰਮ ਹੋਊਗਾ ਤਾਂ ਮੈਂ ਉੱਥੇ ਜਾਊਂਗਾ, ਬਿਲਕੁਲ ਲੋਕਾਂ ਦੇ ਸਾਹਮਣੇ ਲੈ ਕੇ ਰੱਖੂੰਗਾ। ਜੀਤਾ ਸਾਹਿਬ 17 ਦੇ ਵਿੱਚ ਸਰਕਾਰ ਬਣਦੀ ਹੈ, ਤੁਸੀਂ ਕਹਿ ਰਹੇ ਹੋ ਵੀ 19 ਪਹਿਲਾਂ ਚਲੋ ਖੱਡ ਬੰਦ ਹੋ ਗਈ ਸੀਗੀ, 19 ਦੇ ਵਿੱਚ ਚੱਲ ਪਈ ਸੀਗੀ, 19 20 ਹੁਣ 21 ਚੱਲ ਰਿਹਾ ਹੈਗਾ। 3 ਸਾਲਾਂ ਤੋਂ ਹੀ ਮਨਪ੍ਰੀਤ ਸਿੰਘ ਬਾਦਲ ਕਹਿ ਰਿਹਾ ਵੀ ਅਸੀਂ ਵਿਕਾਸ ਕਰ ਰਹੇ ਹਾਂ ਬਠਿੰਡੇ ਦੇ ਵਿੱਚ, ਹੋਰ ਕਾਂਗਰਸੀ ਲੋਕਲ ਲੀਡਰ ਕਹਿ ਰਹੇ ਨੇ ਵਿਕਾਸ ਕਰ ਰਹੇ ਹਾਂ ਬਠਿੰਡੇ ਦੇ ਵਿੱਚ। ਤੁਹਾਡੇ ਵੀ ਹੁਣ ਹੀ ਕਿਉਂ ਯਾਦ ਆਇਆ ਕਿ ਹੁਣ ਸੁਖਬੀਰ ਸਿੰਘ ਬਾਦਲ ਤੁਰ ਪਏ ਸੀਗੇ ਉੱਧਰ ਨੂੰ ਮਾਈਨਿੰਗ ਵੱਲ ਨੂੰ, ਜਾਂ ਹੋਰ ਲੀਡਰ ਤੁਰ ਪਏ, ਸਰੂਪ ਚੰਦ ਸਿੰਗਲਾ ਲੋਕਲ ਤੁਰ ਪਏ, ਤੁਹਾਨੂੰ ਵੀ ਐਂ ਸੀਗਾ ਵੀ ਕਰ ਲਈਏ ਆਪਾਂ ਵੀ, ਲੱਗਦੇ ਹੱਥ ਪ੍ਰਮੋਸ਼ਨ ਹੋ ਜੂਗੀ ਜਾਂ ਆਪਾਂ ਵੀ ਵੱਡੇ ਚਿਹਰੇ ਦੇ ਰੂਪ ਦੇ ਵਿੱਚ ਆ ਜਾਵਾਂਗੇ, ਇਹ ਵੀ ਹੁੰਦਾਗਾ ਅੱਜ ਕੱਲ੍ਹ? ਦੇਖੋ ਜੀ, ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ, ਨਾ ਤਾਂ ਕੋਈ ਇਲੀਗਲ ਕੰਮ ਕਰੇ ਤੇ ਨਾ ਇਲੀਗਲ ਕੰਮ ਨੂੰ ਸਹਿਨ ਕਰੇ। ਜਿਹੜੀ ਗੱਲ ਕਰਦਾ ਕੋਈ ਪ੍ਰਮੋਸ਼ਨ ਦੀ ਜਾਂ ਵੱਡੇ ਚਿਹਰੇ ਦੀ, ਤਾਂ ਉਹ ਅਸੀਂ ਲਗਾਤਾਰ ਬਹੁਤ ਚੰਗੇ ਕੰਮ ਕਰ ਰਹੇ ਹਾਂ। ਵੈਸੇ ਵੀ ਲੋਕਾਂ ਦੇ ਵਿੱਚ ਅਸੀਂ ਜਾ ਕੇ ਵਿਚਰ ਰਹੇ ਹਾਂ, ਦਿਨ ਰਾਤ ਕੰਮ ਕਰ ਰਹੇ ਹਾਂ। ਜਿਹੜੀ ਗੱਲ ਹੁਣ ਆਈ ਹੈ ਵੀ ਮੈਂ ਹੁਣ ਕਿਉਂ ਗਿਆ ਉੱਥੇ, ਹੁਣ ਉੱਥੋਂ ਦੇ ਲੋਕ ਚਲਾ ਕੇ ਕਹਿ ਰਹੇ, ਚੀਕਾਂ ਮਾਰ ਰਹੇ ਸੀਗੇ ਕਿ ਇੰਨੀ ਵੱਡੀ ਪੱਧਰ ਦੇ ਕੰਮ ਅਸੀਂ ਪਹਿਲਾਂ ਹੋਰ ਲੀਡਰ ਜਿਹੜੇ ਦੂਜੀਆਂ ਸਰਕਾਰਾਂ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ, ਇੱਥੇ ਕੋਈ ਨਹੀਂ ਪਹੁੰਚਦਾ, ਕਿਉਂਕਿ ਇਹਨਾਂ ਦੇ ਉੱਪਰ ਜਿਹੜੇ ਉੱਥੋਂ ਜਿਹਦਾ ਜ਼ਮੀਨ ਹੈ ਜਾਂ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਨਾਂ ਦੇ ਜਿਹੜੀ ਸ਼ਹਿ ਆ ਵੱਡੇ ਲੀਡਰਾਂ ਦੀ ਹੈ, ਉੱਥੇ ਡਰਦਾ ਕੋਈ ਜਾਂਦਾ ਹੀ ਨਹੀਂਗਾ ਜੀ। ਸੋ ਅਸੀਂ ਦੇਖੋ ਆਮ ਆਦਮੀ ਪਾਰਟੀ ਬਤੌਰ ਜਿਹੜਾ ਮੈਂ ਲੀਗਲ ਸੈੱਲ ਦਾ ਸਹਿ ਪ੍ਰਧਾਨ ਹੋਣ ਦੇ ਨਾਤੇ ਮੇਰਾ ਫਰਜ਼ ਸੀ ਕਿ ਮੈਂ ਲੋਕਾਂ ਨੂੰ ਦੱਸਾਂ ਕਿ ਜਿਹੜਾ ਗਲਤ ਕੰਮ ਹੋ ਰਿਹਾ ਉਹ ਕੌਣ ਕਰਵਾ ਰਿਹਾ ਔਰ ਕਿਵੇਂ ਹੋ ਰਿਹਾ। ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਜਾਣ ਦੀ ਹੁਣ ਇਹ ਬਣੀ ਕਿ ਉਹਨਾਂ ਦੇ ਹੀ ਨੇਤਾ ਹਰਵਿੰਦਰ ਲਾਡੀ ਜੀ ਨੇ ਇੱਕ ਲੈਟਰ ਭੇਜਿਆ ਜ਼ਰੂਰ ਕੈਪਟਨ ਸਾਹਿਬ ਨੂੰ ਤੇ ਸੈਂਟਰ ਦੇ ਵਿੱਚ। ਤਾਂ ਮੇਰੇ ਮਨ 'ਚ ਗੱਲ ਆਈ ਵੀ ਜੀ ਐਡੀ ਵੱਡੀ ਮਾਈਨਿੰਗ ਜਿਹੜੀ, ਜਿਵੇਂ ਲੈਟਰ ਮੈਂ ਪੜ੍ਹਿਆ ਤਾਂ ਜਾ ਕੇ ਲੋਕਾਂ ਨੂੰ ਦੱਸਣਾ ਜ਼ਰੂਰ ਚਾਹੀਦਾ। ਉਸ ਲੈਟਰ ਤੋਂ ਬਾਅਦ ਜੋ ਰੌਲਾ ਪੈਂਦਾ, ਮੈਂ ਤਦੇ ਉੱਥੇ ਗਿਆ ਔਰ ਲੋਕਾਂ ਸਾਹਮਣੇ ਜਾ ਕੇ ਉੱਥੇ ਲਾਈਵ ਕਰਕੇ ਦੱਸ ਕੇ ਆਏ ਵੀ ਉਹ ਆ ਖੱਡ ਹੈ ਜਿਹਦੇ ਬਾਰੇ ਗੱਲਬਾਤ ਹਰਵਿੰਦਰ ਲਾਡੀ ਜੀ ਕਰ ਰਹੇ ਹੈ। ਉਹਨਾਂ ਦੇ ਕੋਈ ਕਾਰਵਾਈ ਹੋਈ ਹੈ ਹੁਣ? ਬਿਲਕੁਲ ਜੀ, 3 ਬੰਦੇ ਦੇ ਪਰਚਾ ਹੋ ਗਿਆ, ਨਾਲ ਦੀ ਨਾਲ ਜਿਹੜਾ ਸਰਪੰਚ ਸੀ ਉੱਥੇ ਅਕਾਲੀ ਦਲ ਦਾ ਔਰ 2 ਜਣੇ ਹੋਰ ਆ ਜਿਹੜੇ ਜ਼ਮੀਨ ਦੇ ਉੱਥੇ ਕੋਸ਼ੇਅਰ ਹੈ, ਜਿਨ੍ਹਾਂ ਦੇ ਜ਼ਮੀਨ ਦੇ ਵਿੱਚ ਇੱਕ ਖੱਡ ਹੈ, ਉਹਨਾਂ ਦੇ ਉੱਪਰ ਪਰਚਾ ਹੋ ਗਿਆ। ਇਹ ਤੁਹਾਡੇ ਜਾਣ ਤੋਂ ਬਾਅਦ ਹੋਇਆ ਕਿ ਪਹਿਲਾਂ? ਬਿਲਕੁਲ ਮੇਰੇ ਜਾਣ ਤੋਂ ਬਿਲਕੁਲ ਬਾਅਦ ਹੋਇਆ ਜੀ। ਮੈਂ ਨਾਲ ਦੀ ਨਾਲ ਐਟ ਏ ਟਾਈਮ ਕੀ ਕੀਤਾ, ਮੈਂ ਉੱਥੇ ਖੱਡ 'ਤੇ ਜਾ ਕੇ ਲਾਈਵ ਕੀਤਾ, ਲਾਈਵ ਪਾਇਆ ਔਰ ਮਹਾਰਾਜਾ ਸਾਹਿਬ ਨੂੰ ਇੱਕ ਮੈਂ ਇੱਥੋਂ ਮੇਲ ਭੇਜੀ, ਉਹਦੇ ਵਿੱਚ ਬਕਾਇਦਾ ਜਿਹੜਾ ਮੈਂ ਲਾਈਵ ਸੀਗਾ ਉਹ ਲਿੰਕ ਕਰਕੇ ਨਾਲ ਉਹ ਭੇਜਿਆ ਉੱਥੇ, ਤਾਂ ਰਾਤੋਂ ਰਾਤ ਕਾਰਵਾਈ ਹੋ ਕੇ ਉਹਨਾਂ 'ਤੇ ਪਰਚਾ ਹੋ ਗਿਆ। ਜਿਹੜੀ ਇੱਕ ਤੁਸੀਂ ਜਿਹੜੇ ਕਤਲ ਦੀ ਗੱਲ ਕਰ ਰਹੇ ਹੋ, ਇਹ ਕਤਲ ਦਾ ਮਾਮਲਾ ਕਦੋਂ ਦੀ ਗੱਲ ਹੈ? ਇਹ ਕਤਲ ਦਾ ਮਾਮਲਾ 2020 ਦੀ ਗੱਲ ਹੈ ਜੀ, ਅਗਸਤ ਕੇ ਨਵੰਬਰ ਦੀ ਗੱਲ ਹੈ ਜਿਹੜਾ ਉੱਥੇ ਕਤਲ ਹੋਇਆ ਹੈ। ਔਰ ਉਹ ਕਤਲ ਦੀ ਸਭ ਤੋਂ ਜਿਹੜੀ ਉਹਦੇ ਵਿੱਚ ਕਿਉਂ ਸਾਨੂੰ ਸ਼ੰਕਾ ਬਹੁਤ ਵੱਡੀ ਜਾਪਦੀ ਹੈ, ਕਿਉਂਕਿ ਕਤਲ ਇੱਕ ਤਾਂ ਖੱਡ ਦੇ ਉੱਪਰ ਹੋਇਆ ਹੈ। ਉਹ ਜਾ ਕੇ ਤੁਸੀਂ ਲੋਕਾਂ ਨੂੰ ਆਸ-ਪਾਸ ਦੇ ਨੂੰ ਪੁੱਛ ਸਕਦੇ ਹੋ ਕਿ ਜਿਹੜੇ ਲੋਕ ਪਿੰਡ ਦੇ ਇਕੱਠੇ ਹੋਏ ਇੱਥੇ ਕੋਈ ਕਤਲ ਹੋਇਆ ਸੀ। ਉਹਨਾਂ ਨੂੰ ਇਹ ਵੀ ਪੁੱਛ ਸਕਦੇ ਹੋ ਕਿ ਗੁਰਮੇਜ ਸਿੰਘ ਦਾ ਨਾਂ ਦਾ ਲੜਕੇ ਦਾ ਕਤਲ ਹੋਇਆ ਸੀ। ਉਹਨਾਂ ਨੂੰ ਇਹ ਵੀ ਪੁੱਛ ਸਕਦੇ ਹੋ ਕਿ ਉਹ ਇੱਥੇ ਪੈਸੇ ਦੀ ਅਗਰਾਈ ਕਰਨ ਆਇਆ ਸੀ। ਔਰ ਜਿਹੜੀ ਸਭ ਤੋਂ ਵੱਡੀ ਸ਼ੰਕਾ ਦੀ ਗੱਲ ਹੈ ਕਿ ਉਸ ਲੜਕੇ ਦਾ ਇਹਨਾਂ ਨੇ ਨਾ ਤਾਂ ਕੋਈ ਪੋਸਟਮਾਰਟਮ ਕਰਵਾਇਆ ਔਰ ਨਾ ਹੀ ਕਿਹਨੇ ਫਾਇਰ ਮਾਰਿਆ। ਉਹਦੇ ਵਿੱਚ ਕਿਸੇ ਤੋਂ FIR ਦਰਜ ਹੋਈ ਹੈ, ਨਾ ਹੀ ਕਿਸੇ ਤੋਂ ਦੋਸ਼ੀ ਨੂੰ ਸਜ਼ਾ ਹੋਈ ਹੈ। ਜਦੋਂ FIR ਹੋਈ ਸਜ਼ਾ ਕੀ ਹੋਣੀ ਹੈ? ਸੋ ਉਹਦੇ ਪਿੱਛੇ ਬਹੁਤ ਵੱਡੇ ਸ਼ੰਕ ਹੈ। ਜੇਕਰ ਉਹ ਗੱਲ ਦੀ ਇਨਕੁਆਇਰੀ ਕੁਝ ਚੰਗੀ ਸੈੱਟ ਬਿਠਾ ਕੇ ਕੀਤੀ ਜਾਵੇ ਤਾਂ ਸਿੱਧੇ ਇਹਨਾਂ ਵੱਡੇ ਲੀਡਰ ਦਾ ਹੱਥ ਉਹਦੇ ਵਿੱਚ ਸਾਹਮਣੇ ਆਵੇਗਾ। ਜੇ ਬਠਿੰਡੇ ਦੀ ਸਾਰੇ ਦੀ ਗੱਲ ਕਰਦੇ ਆ, ਜੇ ਚਲੋ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ, ਹੁਣ ਧਰਨੇ ਮੁਜ਼ਾਹਰੇ ਚੱਲ ਪਏ, ਕੇਜਰੀਵਾਲ ਜੀ ਆਉਂਦੇ ਆ, ਬਿਜਲੀ ਦਾ ਵੀ ਕਹਿ ਕੇ ਜਾਂਦੇ 300 ਯੂਨਿਟ ਦਾ, ਤੁਹਾਨੂੰ ਲੱਗਦਾ ਨਹੀਂ ਵੀ ਵੋਟਾਂ ਵੇਲੇ ਇਹ ਚੀਜ਼ਾਂ ਕਿਉਂ ਹੁੰਦੀਆਂ ਗੀਆਂ? ਮੈਂ ਦੇਖੋ ਜੀ, ਆਪਾਂ ਗੱਲ ਕਰਦੇ ਹਾਂ ਵੋਟਾਂ ਵੇਲੇ ਦੀ। ਸਾਡੀ ਸਰਕਾਰ ਪਹਿਲੀ ਤਾਂ ਗੱਲ ਹੈ ਜਿਹੜੇ ਕੇਜਰੀਵਾਲ ਸਾਹਿਬ ਹੈ ਇੱਕ ਇਮਾਨਦਾਰੀ ਦੇ ਬ੍ਰਾਂਡ ਨੇ ਉਹ। ਸੈਕੰਡ ਜਿਹੜੀ ਗੱਲ ਉਹਨੂੰ ਮੂੰਹ ਦੇ ਵਿੱਚੋਂ ਕਹਿਤੀ ਉਹ ਲੋਹੇ ਤੇ ਲੀਕ ਹੁੰਦੀ ਹੈ। ਤੀਸਰੀ ਗੱਲ, ਅਸੀਂ ਜੇ ਵੋਟਾਂ ਮੰਗਦੇ ਹਾਂ ਤਾਂ ਕੰਮ ਕਰਕੇ ਵੋਟਾਂ ਮੰਗਦੇ ਹਾਂ। ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ 3ਜੀ ਵਾਰ ਮੁੱਖ ਮੰਤਰੀ ਬਣੇ ਹੈ ਔਰ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਇੱਕੋ ਗੱਲ ਕਹੀ ਹੈ ਵੀ ਜੇਕਰ ਮੈਂ ਕੰਮ ਕੀਤਾ ਤਾਂ ਵੋਟ ਪਾ ਦਿਓ, ਜੇਕਰ ਨਹੀਂ ਕੀਤੇ ਤਾਂ ਵੋਟ ਨਾ ਪਾਓ। ਕੋਈ ਧਰਮ ਦੀ, ਕੋਈ ਜਾਤੀ ਦੀ, ਕੋਈ ਡਰਾਉਣ ਧਮਕਾਉਣ ਦੀ, ਕੋਈ ਨਸ਼ਾ ਵੰਡਣ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ। ਸੋ ਕੇਜਰੀਵਾਲ ਸਾਹਿਬ ਜੇਕਰ ਪੰਜਾਬ ਦੇ ਵਿੱਚ ਕਹਿੰਦੇ ਹੈ 17 'ਚ ਵੀ ਸਰਕਾਰ ਜੇ ਸਾਡੀ ਬਣ ਜਾਂਦੀ
ਤਾਂ ਅੱਜ ਜਿਹੜਾ ਪੰਜਾਬ ਦੇ ਉੱਪਰ ਇੰਨਾ ਵੱਡਾ ਬੋਝ ਬਣਿਆ ਹੋਇਆ ਹੈ, ਜਿਹੜਾ ਇੰਨਾ ਵੱਡਾ ਕਰਜ਼ਾ ਹੈ, ਉਹ ਲਗਾਤਾਰ ਪਹਿਲਾਂ ਖਜ਼ਾਨੇ ਨੂੰ ਭਰ ਕੇ ਜਿਹੜੇ ਲੋਕਾਂ ਨੂੰ ਬੰਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਸਾਰੇ ਜਿਹੜੇ ਕੰਮ ਆ ਸਾਰੇ ਵਰਗਾਂ ਦੇ ਉਹ ਕੀਤੇ ਜਾਣਗੇ। ਕੇਜਰੀਵਾਲ ਸਾਹਿਬ ਤਾਂ ਕਹਿੰਦੇ ਆ, ਪਰ ਜਿਹੜੇ ਵਿਧਾਇਕ ਤੁਹਾਡੀ ਹੀ ਪਾਰਟੀ ਦੇ ਜਿੱਤੇ ਸੀਗੇ, ਇੱਥੋਂ ਰੂਬੀ ਜੀ ਜਿੱਤੇ ਨੇ, ਬਲਜਿੰਦਰ ਕੌਰ ਜੀ ਦੀ ਗੱਲ ਕਰ ਲਈਏ ਜਾਂ ਹੋਰ ਵਿਧਾਇਕਾਂ ਦੀ ਗੱਲ ਕਰ ਲਈਏ, ਕੀ ਇਹੀ ਹੈ ਵੀ ਜਦੋਂ ਸਰਕਾਰ ਬਣੂ ਉਦੋਂ ਹੀ ਲੋਕਾਂ ਦੇ ਕੰਮ ਕਰਨੇ ਆ, ਉਦੋਂ ਪਹਿਲਾਂ ਕੋਈ ਫਰਜ਼ ਨਹੀਂ ਐਮਐਲਏ ਦਾ? ਜਿਹੜੇ ਆਪੋਜੀਸ਼ਨ ਦੇ ਵਿੱਚ ਐਮਐਲਏ ਬਣਦੇ ਆ ਜੀ, ਉਹਨਾਂ ਦਾ ਕੀ ਫਰਜ਼ ਹੁੰਦਾ ਹੈ? ਉਹਨਾਂ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਦੀ ਆਵਾਜ਼ ਨੂੰ ਵਿਧਾਨ ਸਭਾ ਤੱਕ ਜਾ ਕੇ ਪਹੁੰਚਾਉਣਾ। ਉਹਨਾਂ ਦੀ ਡਿਊਟੀ ਹੁੰਦੀ ਹੈ ਕਿ ਲੋਕਾਂ ਦੇ ਮੁੱਦਿਆਂ ਨੂੰ ਜਾ ਕੇ ਵਿਧਾਨ ਸਭਾ ਦੇ ਵਿੱਚ ਉਠਾਉਣਾ, ਜਿਹਨੂੰ ਕਿ ਅਸੀਂ 100% ਪੂਰਾ ਕੀਤਾ ਹੈ। ਅੱਜ ਦਾ ਤੁਸੀਂ ਜਾ ਕੇ ਰਿਕਾਰਡ ਕਢਾ ਕੇ ਦੇਖ ਲਓ ਵਿਧਾਨ ਸਭਾ ਦੇ ਵਿੱਚ, ਜੇਕਰ ਸਭ ਤੋਂ ਵੱਧ ਆਪੋਜੀਸ਼ਨ ਦੇ ਵਿੱਚ ਕੋਈ ਕਿਸੇ ਪਾਰਟੀ ਨੇ ਮੁੱਦਿਆਂ ਦੀ ਗੱਲ ਕੀਤੀ ਹੈ ਤਾਂ ਆਮ ਆਦਮੀ ਪਾਰਟੀ ਨੇ ਕੀਤੀ ਹੈ। ਦੇਖੋ, ਸਰਕਾਰਾਂ ਦੇ ਕੰਮ ਹੁੰਦੇ ਆ ਲੋਕਾਂ ਦੇ ਕੰਮ ਕਰਨੇ, ਸਰਕਾਰਾਂ ਦੇ ਕੰਮ ਹੁੰਦੇ ਆ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਦੇ ਕੰਮ ਕਰਨੇ, ਮੈਨੀਫੈਸਟੋ ਦੇ ਕੰਮ ਕਰਨੇ। ਆਪੋਜੀਸ਼ਨ ਦਾ ਕੰਮ ਇਹ ਹੁੰਦਾ ਲੋਕਾਂ ਨੂੰ ਜਗਾਉਣਾ। ਹੋਰ ਆਪੋਜੀਸ਼ਨ ਕਰ ਕੀ ਸਕਦੀ ਹੈ ਦੱਸੋ? ਆਪੋਜੀਸ਼ਨ ਦਾ ਕੰਮ ਹੁੰਦਾ ਹੈ ਲੋਕਾਂ ਦੇ ਮੁੱਦਿਆਂ ਨੂੰ ਵਿਧਾਨ ਸਭਾ 'ਚ ਉਠਾਉਣਾ ਤੇ ਲੋਕਾਂ ਨੂੰ ਜਾਗਰੂਕ ਕਰਨਾ। ਉਹ ਅਸੀਂ ਕੀਤਾ ਹੈ। ਤੁਹਾਡੇ ਵਿਧਾਇਕ ਗਏ ਨੇ ਤੁਹਾਡੇ ਨਾਲ ਉੱਥੇ ਜੋ ਤੁਸੀਂ ਗਏ ਹੋ ਮਾਈਨਿੰਗ ਤੇ ਰੇਡ ਮਾਰਨ? ਨਹੀਂ, ਮੇਰੇ ਨਾਲ ਕੋਈ ਵਿਧਾਇਕ ਨਹੀਂ ਗਿਆ। ਦੇਖੋ, ਜਿਹੜੀ ਮਾਈਨਿੰਗ ਦੀ ਰੇਡ ਦੀ ਗੱਲ ਹੁੰਦੀ ਹੈ ਨਾ ਜੀ, ਜਦੋਂ ਐਡੇ ਵੱਡੇ ਲੀਡਰਾਂ ਦੀ ਸ਼ਹਿ ਹੋਵੇ ਪਿੱਛੇ, ਐਡੇ ਵੱਡੇ ਤੌਰ ਤੇ ਮਾਈਨਿੰਗ ਹੁੰਦੀ ਹੋਵੇ, ਤਾਂ ਇਹ ਕੰਮ ਕੋਈ ਉਦੋਂ ਜਿਹੜਾ ਹੈ ਪਲੈਨਿੰਗ ਨਾਲ ਨਹੀਂ ਹੁੰਦੇ। ਕਿਉਂਕਿ ਉੱਥੇ ਦੇਖੋ, ਮੈਂ ਪਹਿਲਾਂ ਦੱਸੋ, ਉੱਥੇ ਇੱਕ ਲੜਕੇ ਦਾ ਕਤਲ ਹੋ ਗਿਆ ਜਿਹੜਾ ਅੱਜ ਮਨਪ੍ਰੀਤ ਸਿੰਘ ਬਾਦਲ ਦਾ ਪੀਓ ਡਰਾਈਵਰ ਹੈ। ਤੇ ਜੇਕਰ ਮੈਂ ਇਦਾਂ ਦੀ ਗੱਲ ਕਰਦਾ ਤਾਂ ਗੱਲ ਗਾਂ ਪਹੁੰਚ ਜਾਂਦੀ। ਉੱਥੇ ਤਾਂ ਜਿਹੜੇ ਵੱਡੇ ਲੀਡਰ ਹੈ ਉੱਥੇ ਪਤਾ ਨਹੀਂ ਸਾਡੇ ਨਾਲ ਕੀ ਕਰਦੇ ਜਾ ਕੇ। ਤੁਹਾਡੀ ਪਾਰਟੀ ਪ੍ਰਧਾਨ ਦੇ ਨਜ਼ਰ 'ਚ ਹੈਗੀ ਹੈ ਗੱਲ? ਉਹਨਾਂ ਨੂੰ ਮੈਸੇਜ ਲਾਇਆ ਤੁਸੀਂ? ਬਿਲਕੁਲ ਜੀ। ਦੇਖੋ, ਜਿਹੜੀ ਮਾਈਨਿੰਗ ਦੀ ਗੱਲ ਹੈ, ਪਾਰਟੀ ਪ੍ਰਧਾਨ ਦਾ ਸਾਡਾ ਜਿਹੜਾ ਹਰਵਿੰਦਰ ਲਾਡੀ ਦਾ ਲੈਟਰ ਦਿੱਤਾ ਵਾ, ਸਾਰੀਆਂ ਗੱਲਾਂ ਉਹਨੇ ਨੌਲੇਜ 'ਚ ਹੈ। ਔਰ ਸਟਿੰਗ ਜਿਹੜਾ ਮੈਂ ਮੌਕੇ 'ਤੇ ਜਾ ਕੇ ਦਿਖਾਉਣਾ ਲਾਈਵ ਕੀਤਾ, ਜਦੋਂ ਮੈਨੂੰ ਠੀਕ ਲੱਗਿਆ ਵੀ ਲੋਕਾਂ ਨੂੰ ਆ ਸਾਰੀ ਸੱਚਾਈ ਦਿਖਾਉਣੀ ਚਾਹੀਦੀ ਹੈ, ਮੈਂ ਉਸ ਟਾਈਮ 'ਤੇ ਜਾ ਕੇ ਲੋਕਾਂ ਨੂੰ ਸੱਚਾਈ ਦਿਖਾਈ ਹੈ ਉੱਥੇ। ਧੰਨਵਾਦ ਜੀ ਦਾ ਜੀ। ਸੋ ਇਹ ਸੀ ਨਵਦੀਪ ਸਿੰਘ ਜੀਦਾ, ਜਿਨ੍ਹਾਂ ਨੇ ਦੱਸਿਆ ਹੈਗਾ ਵੀ ਇਹਨਾਂ ਵੱਲੋਂ ਜਿਹੜਾ ਸਟਿੰਗ ਆ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਆਪਣੀ ਟੀਵੀ ਸਕਰੀਨ ਤੇ, ਵੀ ਸਟਿੰਗ ਇਹਨਾਂ ਵੱਲੋਂ ਕੀਤਾ ਗਿਆ ਹੈਗਾ। 3 ਲੋਕਾਂ ਤੇ ਆਲਰੇਡੀ ਪਰਚਾ ਦਰਜ ਹੋ ਚੁੱਕਿਆ ਹੈਗਾ। ਅੱਗੇ ਕੀ ਇਸ ਮਾਮਲੇ ਦਾ ਬਣੇਗਾ, ਅਸੀਂ ਲਗਾਤਾਰ ਇਸ ਮਾਮਲੇ ਦੇ ਨਾਲ ਜੁੜੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।